ਕਿਹੜੇ ਬੰਦਿਆਂ ਦੇ ਨਾਮ ਤੇ ਪ੍ਰਾਪਰਟੀ ਹੈ, मतलब कि ਪ੍ਰਾਪਰਟੀ ਕਿਸੇ ਬੰਦੇ ਦੇ ਨਾਂ ਤੇ ਨਹੀਂ ਹੈ। ਪ੍ਰਾਪਰਟੀ ਸਿਰਫ ਕੇ ਸਿਰਫ ਸੰਸਥਾ ਦੇ ਨਾਂ ਤੇ ਆ। ਅਸੀਂ ਇਹਦੇ 5 ਮੈਂਬਰ ਆ, 5 ਮੈਂਬਰੀ ਕਮੇਟੀ ਬਣੀ ਹੋਈ ਆ। ਔਰ ਇਹਦੇ 'ਚ ਮੈਂ ਇੱਕ ਹੋਰ ਗੱਲ ਐਡ ਕਰਾਂ, ਬਹੁਤਿਆਂ ਨੂੰ ਮਤਲਬ ਇਹ ਚੀਜ਼ਾਂ ਦਾ ਜਿਹੜੀ ਕਾਗਜ਼ੀ ਕਾਰਵਾਈ ਹੈ, ਬਹੁਤੀ ਸੰਗਤ ਨੂੰ ਉਹਦੇ 'ਚ ਮੈਂ ਤਾਂ ਕਹੂੰਗਾ ਬਹੁਤਿਆਂ ਨੂੰ ਪਤਾ ਹੋਏਗਾ, ਹੋਣਾ ਚਾਹੀਦਾ। ਪਰ ਜੇ ਕਿਸੇ ਨੂੰ ਨਹੀਂ ਪਤਾ, ਮੈਂ ਜਾਣਕਾਰੀ ਲਈ ਦੱਸ ਦਿਆਂ ਵੀ ਜਿਸ ਦਿਨ ਇਹ ਸਥਾਨ ਬਣਿਆ, ਮਤਲਬ 2002 ਦੀ ਪੁਰਾਣੀ ਗੱਲ ਮੈਂ ਕਰਦਾ, ਉਦੋਂ ਤਾਂ ਸਾਡੀ ਸੰਗਤ ਬਹੁਤ ਥੋੜੀ ਸੀਗੀ। ਅੱਜ ਤਾਂ ਬਥੇਰੇ ਗੱਲਾਂ ਕਰਦੇ ਆ। ਉਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਨੇ ਜਦੋਜਹਿਦ ਕੀਤੀ, ਜਿਨ੍ਹਾਂ ਨੇ ਮਤਲਬ ਦਿਨ ਰਾਤ ਇੱਕ ਕਰਕੇ ਸੇਵਾ ਕੀਤੀ, ਉਹਨਾਂ ਨੂੰ ਮੈਂ ਗੱਲ ਕਰਦਾ ਵੀ ਉਹਦੇ ਵਿੱਚ ਉਦੋਂ ਵੀ ਇਹ ਘੱਟੋ ਘੱਟ ਵੀ 99 ਸਾਡੇ ਸੋਚੀ ਸੀਗੇ। ਇੱਕ ਨਹੀਂ ਹੈਗਾ ਵੀ ਇਕੱਲੀ ਇੱਕੋ ਚੀਜ਼ ਹੈ। 99 ਸੋਚੀਆਂ ਦੇ ਵਿੱਚੋਂ ਜਾ ਕੇ ਅੱਗੇ ਫਿਰ ਮਤਲਬ ਇਹ ਸੰਸਥਾ ਬਣੀ। ਸੰਸਥਾ ਦੇ ਵਿੱਚੋਂ ਅੱਗੇ ਫਿਰ ਜਾ ਕੇ ਇਹ ਗੁਰਦੁਆਰਾ ਜਾ ਕੇ ਉਹ ਸੰਸਥਾ ਦੇ ਨਾਂ ਤੇ ਹੋਇਆ। ਫਿਰ ਅੱਗੇ ਉਹਦੀ ਕਮੇਟੀ ਜਿੱਦਾਂ ਚੱਲ ਰਹੀ ਹੈ, ਉਹ ਸਾਰਾ ਜੋ ਸਿਸਟਮ ਇੱਥੇ ਕਾਨੂੰਨ ਦੇ ਦਾਇਰੇ 'ਚ ਉਦਾਂ ਹੀ ਹੋ ਰਿਹਾ, ਨਾ ਕਿ ਇਹਦੇ 'ਚ ਕੋਈ ਗਲਤ ਹੈ। ਪਰ ਜੇ ਕੋਈ ਚੈੱਕ ਕਰਨਾ ਚਾਹੁੰਦੇ, ਲਾ ਚੁੱਕੇ ਅੱਗੇ ਨੋਟਿਸ ਬੋਰਡਾਂ ਤੇ, ਦੁਬਾਰਾ ਕਿਸੇ ਨੂੰ ਚੈੱਕ ਤਾਂ ਕਰ ਸਕਦੇ। ਇਸ ਮਸਲੇ ਨੂੰ ਹੱਲ ਕਰਨ ਵਾਸਤੇ ਜਦੋਂ ਇਹਨਾਂ ਸਾਰੇ ਗੁਰੂ ਕੇ ਸਿੱਖਾਂ ਨੇ ਆਖਿਆ ਤੁਸੀਂ ਆਓ ਇੱਥੇ, ਅਸੀਂ ਉਸ ਦਿਨ ਬੀਜੀ ਸੀ, ਉਸ ਤੋਂ ਪਹਿਲੇ ਦਿਨ ਅੰਮ੍ਰਿਤ ਸੰਚਾਰ ਸੀ, ਤਾਂ ਬਹੁਤ ਦੂਰ ਰੇਸੋਵਾਲ, ਤੇ ਉੱਥੋਂ ਆ ਕਰਕੇ ਅਸੀਂ ਉੱਥੇ ਪਹੁੰਚੇ। ਜਦੋਂ ਉੱਥੇ ਮਸਲਾ ਬਣਿਆ ਹੋਇਆ ਸੀ, ਸੰਗਤ ਬਹੁਤ ਇਕੱਠੀ ਹੋਈ ਸੀ, ਤਾਂ ਸਾਰੇ ਗੁਰੂ ਕੇ ਸਿੱਖਾਂ ਨੂੰ ਮੈਂ ਥੱਲਿਓਂ ਹੀ ਬੇਨਤੀ ਕੀਤੀ ਲੰਗਰ ਹਾਲ ਵਿੱਚੋਂ ਕਿ ਆਪਾਂ 5-7 ਗੁਰੂ ਕੇ ਸਿੱਖ ਬੈਠ ਕੇ ਇਸ ਮਸਲੇ ਨੂੰ ਹੱਲ ਕਰ ਸਕਦੇ। ਪਰ ਉੱਥੇ ਜਦੋਂ ਪਹੁੰਚੇ, ਅਸੀਂ ਜਾ ਕੇ ਬੈਠੇ, ਮੈਂ ਉਹਨਾਂ ਨੂੰ ਜਾ ਕੇ ਜਾਂਦਿਆਂ ਸਾਰ ਮੱਥਾ ਟੇਕ ਕੇ ਬੈਠ ਕੇ ਬੇਨਤੀ ਕੀਤੀ ਕਿ ਗੁਰੂ ਕੇ ਸਿੱਖ ਗ੍ਰੰਥੀ ਸਿੰਘ ਤੇ ਕੁਝ ਗੁਰੂ ਕੇ ਸਿੱਖ ਸਾਡੇ ਨਾਲ ਬੈਠ ਕੇ ਗੱਲ ਕਰ ਲੈਣ, ਇਹ ਮਸਲੇ ਦਾ ਹੱਲ ਹੋ ਸਕਦਾ। ਪਰ ਜਿਹੜੇ ਉੱਥੇ ਸਾਰੇ ਜੁੜੀ ਹੋਈ ਸੰਗਤ ਸੀ, ਉਹਦੇ ਵਿੱਚੋਂ ਬਹੁਤੀ ਆਵਾਜ਼ ਇਹ ਹੀ ਬਾਰ-ਬਾਰ ਆਈ, ਨਹੀਂ ਜੀ ਇੱਥੇ ਬੈਠ ਕੇ ਫੈਸਲਾ ਕਰੋ, ਹੁਣੇ ਹੀ ਫੈਸਲਾ ਦੇ ਕੇ ਜਾਓ। ਇਸ ਪ੍ਰਕਾਰ ਫੈਸਲੇ ਨਹੀਂ ਹੋ ਸਕਦੇ ਕਿ ਹੁਣੇ ਹੀ ਅਸੀਂ ਫੈਸਲਾ ਕੋਈ ਕਰ ਦਈਏ, ਕਿਉਂਕਿ ਸਾਡੇ ਕੋਲ ਅਥਾਰਟੀ ਇੰਨੀ ਤਾਂ ਹੈ ਕਿ ਅਸੀਂ ਅੰਮ੍ਰਿਤ ਸੰਚਾਰ 'ਚ ਲੱਗਦੇ ਹਾਂ, ਪੰਜਾਂ ਪਿਆਰਿਆਂ 'ਚ ਲੱਗਦੇ, ਪ੍ਰਚਾਰ ਕਰਦੇ, ਪਰ ਇਹ ਨਹੀਂ ਕਰ ਸਕਦੇ ਵੀ ਕਿਸੇ ਸਰੀਰ ਨੂੰ ਫੜ ਕੇ ਬਾਹੋਂ ਬਾਹਰ ਕੱਢ ਦਈਏ। ਜਦੋਂ ਤੱਕ ਪ੍ਰਬੰਧਕ ਕਮੇਟੀ, ਗ੍ਰੰਥੀ ਸਿੰਘ ਤੇ ਸੰਗਤ ਦਾ ਤਾਲਮੇਲ ਨਹੀਂ, ਜਿਸ ਚੀਜ਼ ਨਾਲ ਝਗੜਾ ਹੋ ਸਕਦਾ, ਇੱਕ ਪਾਸੇ ਸੰਗਤ ਪ੍ਰੈਸ਼ਰ ਪਾ ਕੇ ਆਖੇ ਤੁਸੀਂ ਆਹ ਹੀ ਫੈਸਲਾ ਕਰਕੇ ਜਾਓ ਕਿ ਅਸੀਂ ਗ੍ਰੰਥੀ ਸਿੰਘ ਨੂੰ ਬਾਹਰ ਜਾਣ ਨਹੀਂ ਦੇਣਾ, ਪ੍ਰਬੰਧਕ ਕਮੇਟੀ ਆਖੇ ਵੀ ਅਸੀਂ ਜਿਹੜਾ ਇਹ ਮਸਲਾ ਆ ਵਿਗੜ ਗਿਆ ਹੋਇਆ, ਅਸੀਂ ਰੱਖ ਨਹੀਂ ਸਕਦੇ, ਤਾਂ ਜਿਹੜੇ ਗੁਰੂ ਕੇ ਸਿੱਖ ਮੇਰੇ ਵਰਗੇ, ਮੈਂ ਕੋਈ ਇਹਦੀ ਅਥਾਰਟੀ ਥੋੜ੍ਹੀ ਆ ਵੀ ਜਿਹਨੂੰ ਮਰਜ਼ੀ ਬਾਹਰ ਕੱਢ ਦੂੰਗਾ, ਜਿਹਨੂੰ ਮਰਜ਼ੀ ਫੜ ਦੂੰਗਾ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਉੱਤਰੀ ਇਟਲੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਵਿਖੇ ਪਿਛਲੇ ਕੁਝ ਦਿਨਾਂ ਤੋਂ ਇੱਕ ਵਿਵਾਦ ਖੜਾ ਹੋ ਗਿਆ ਹੈ, ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ, ਜਿਸ ਦੇ ਵਿੱਚ ਉੱਤਰੀ ਇਟਲੀ ਦੇ ਬੈਂਸ ਨੇੜੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੰਘ ਸਭਾ ਪਾਤਸ਼ਾਹ ਦੀ ਪੌਰਦੀਨੋਂ ਨੇ, ਜਿੱਥੇ ਕਿ ਇਹ ਹੰਗਾਮਾ ਖੜਾ ਹੋਇਆ ਸੀ ਪਿਛਲੇ ਹਫ਼ਤੇ। ਸੋ ਇਸ ਵਿਸ਼ੇ ਤੇ ਗੱਲ ਕਰਨ ਦੇ ਲਈ ਸਾਡੇ ਦਰਮਿਆਨ ਗੁਰਦੁਆਰਾ ਸਿੰਘ ਸਭਾ ਜਿਹੜੀ ਪਾਤਸ਼ਾਹ ਦੀ ਪ੍ਰਬੰਧਕ ਕਮੇਟੀ ਅਤੇ ਮੁੱਖ ਸੇਵਾਦਾਰ ਭਾਈ ਕੁਲਵਿੰਦਰ ਸਿੰਘ ਜੀ ਹਾਜ਼ਰ ਹਨ। ਸੋ ਭਾਈ ਸਾਹਿਬ ਜੀ, ਕੀ ਮਸਲਾ ਸੀ ਇਹ ਸਾਰਾ ਕਿ ਪੁਲਿਸ ਨੂੰ ਸੱਦਣਾ ਪਿਆ? ਉਸ ਟਾਈਮ ਕੀ ਹੰਗਾਮਾ, ਕੀ ਪੋਜੀਸ਼ਨ ਹੋ ਗਈ ਸੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਇਹ ਮਸਲਾ ਥੋੜ੍ਹਾ ਗ੍ਰੰਥੀ ਸਿੰਘਾਂ ਦਾ ਸੀ, ਜਿਹਦੇ ਵਿੱਚ ਉਹਨਾਂ ਨੂੰ ਸੇਵਾ ਮੁਕਤ ਕੀਤਾ ਗਿਆ। ਜੋ ਸੰਗਤਾਂ ਨੂੰ ਨਹੀਂ ਮਨਜ਼ੂਰ ਸੀ ਤਾਂ ਉਹਨਾਂ ਨੇ ਉੱਥੇ ਇਹ ਸਾਰਾ ਵਿਵਾਦ ਖੜਾ ਕੀਤਾ, ਉਸ ਕਰਕੇ ਪ੍ਰਸ਼ਾਸਨ ਨੂੰ ਆਪਾਂ ਨੂੰ ਬੁਲਾਉਣਾ ਪਿਆ। ਮਤਲਬ ਪ੍ਰਬੰਧਕ ਕਮੇਟੀ ਚਾਹੁੰਦੀ ਸੀ ਕਿ ਜਿਹੜੇ ਮਤਲਬ ਗ੍ਰੰਥੀ ਆ ਉਹਦੇ ਕੋਈ ਲੈ ਕੇ ਪੱਖਾਂ ਨੂੰ ਤੁਸੀਂ ਉਹਨੂੰ ਬਦਲਾਉਣਾ ਚਾਹੁੰਦੇ ਸੀ। ਕੁਝ % ਬੰਦੇ ਵਿਰੋਧਤਾ ਕਰ ਰਹੇ ਸੀ, ਉਹ ਕਿਹੜੇ ਪੱਖ ਸਨ ਕਿ ਕਿਉਂ ਮਤਲਬ ਇਹੀ ਪੋਜੀਸ਼ਨ ਬਣੀ ਕਿ ਗ੍ਰੰਥੀ ਨੂੰ ਹਟਾਉਣ ਦੀ ਲੋੜ ਪੈ ਰਹੀ ਸੀ? ਉਹ ਜੀ ਆਪਣੀਆਂ ਸੇਵਾਵਾਂ ਵਿੱਚ ਪੂਰੇ ਨਹੀਂ ਸਨ। ਉਹ ਕਾਫੀ ਸਮੇਂ ਤੋਂ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਵੀ ਉਹ ਆਪਣੀ ਮਰਜ਼ੀ ਮੁਤਾਬਕ ਹੀ ਸੇਵਾ ਕਰ ਰਹੇ ਸਨ, ਇਸ ਕਰਕੇ ਜੋ ਸਾਨੂੰ ਠੀਕ ਨਹੀਂ ਲੱਗਦਾ ਸੀ ਤੇ ਅਸੀਂ ਉਹਨਾਂ ਨੂੰ ਸੇਵਾ ਮੁਕਤ ਕੀਤਾ। ਇਹ ਵੀ ਇਤਰਾਜ਼ ਖੜਾ ਹੋ ਰਿਹਾ ਕਿ ਪ੍ਰਬੰਧਕਾਂ ਨੇ ਜਾਣਬੁੱਝ ਕੇ ਪੁਲਿਸ ਨੂੰ ਸੱਦਿਆ ਤੇ ਗੁਰੂ ਘਰ ਦੇ ਵਿੱਚ ਪੁਲਿਸ ਨਹੀਂ ਹੋਣੀ ਚਾਹੀਦੀ ਸੀਗੀ, ਤੇ ਤੁਸੀਂ ਉਸ ਟਾਈਮ ਸਥਿਤੀ ਨੂੰ ਹੈਂਡਲ ਕਰਨ ਦੇ ਲਈ ਪੁਲਿਸ ਨੂੰ ਸੱਦਿਆ, ਜਾਂ ਮਤਲਬ ਜਾਣਬੁੱਝ ਕੇ? ਇਹ ਕੀ ਮਤਲਬ ਮੁੱਦਾ ਸੀਗਾ? ਜਦੋਂ ਗੁਰੂ ਘਰ ਵਿੱਚ ਇਹੋ ਜਿਹਾ ਮਾਹੌਲ ਬਣ ਜਾਂਦਾ, ਤੁਸੀਂ ਸਾਰੇ ਸਿਆਣੇ ਹੋ, ਦੱਸੋ ਕਿ ਅਸੀਂ ਪ੍ਰਬੰਧਕ ਕਮੇਟੀ ਕੋਲ ਕੀ ਚੀਜ਼ ਆ ਜਿਹਦੇ ਨਾਲ ਇਹ ਸਾਰੀ ਸੰਗਤ ਨੂੰ ਸ਼ਾਂਤ ਕੀਤਾ ਜਾਵੇ? ਉਹਦਾ ਇੱਕੋ ਇੱਕ ਹੱਲ ਆ ਵੀ ਅਸੀਂ ਪ੍ਰਸ਼ਾਸਨ ਦੀ ਮਦਦ ਲਈਏ। ਇਹ ਵੀ ਮਸਲਾ ਸਾਹਮਣੇ ਆਇਆ ਹੈ ਕਿ ਇਸ ਦੇ ਨਾਲ ਹੀ ਗ੍ਰੰਥੀ ਸਿੰਘ ਦੇ ਨਾਲ ਸੰਗਤਾਂ ਨੇ ਕਾਫੀ ਸੋਸ਼ਲ ਮੀਡੀਆ ਤੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਜੇ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਾਪਰਟੀ ਹੈ ਉਹ ਕੁਝ ਵਿਅਕਤੀਆਂ ਦੇ ਆਪਣੇ ਨਾਮ ਤੇ ਹੈ, ਜਿਵੇਂ ਕਿ ਪਰਿਵਾਰਕ ਪ੍ਰਾਪਰਟੀ ਹੁੰਦੀ ਹੈ। ਕਿਆ ਇਹ ਬਿਲਕੁਲ ਇਹ ਸੱਚੀ ਗੱਲ ਹੈ? ਸਾਡੇ ਦੇ ਨਾਲ ਸਿੱਖ ਕਮਿਊਨਿਟੀ, ਜਿਹੜੇ ਕਿ ਸਿੱਖ ਯੂਨੀਟਰੀ ਦੇ ਪ੍ਰੈਜ਼ੀਡੈਂਟ ਨੇ ਭਾਈ ਸਤਵਿੰਦਰ ਸਿੰਘ ਬਾਜਵਾ, ਜਿਹੜੇ ਕਿ ਇਸ ਗੁਰਦੁਆਰਾ ਸਾਹਿਬ ਪੌਰਦੀਨੋਂ ਨੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਮੈਂਬਰ ਵੀ ਨੇ, ਕਾਫੀ ਸੁਲਝੇ ਸਿੱਖ ਸ਼ਖਸੀਅਤ ਨੇ, ਉਹ ਇਸ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕਰਨਗੇ ਕਿ ਸਿੱਖ ਕੇ ਇਸ ਗੁਰਦੁਆਰਾ ਸਾਹਿਬ ਪਾਤਸ਼ਾਹ ਦੀ ਪੌਰਦੀਨੋਂ ਦੀ ਜਿਹੜੀ ਕਿ ਪ੍ਰਾਪਰਟੀ ਹੈ ਉਹ ਕਿਸ ਤਰ੍ਹਾਂ ਡਿਵਾਈਡ ਕੀਤੀ ਹੋਈ ਰਹੇ ਨੇ, ਕਿ ਕਈ ਵਿਅਕਤੀ ਕਿ ਇਹਨੂੰ ਪਰਿਵਾਰਕ ਪ੍ਰਾਪਰਟੀ ਤੌਰ ਤੇ ਬਣਾਇਆ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਧ ਸੰਗਤ ਜੀ, ਮੈਂ ਬੇਨਤੀ ਕਰਦਾ ਵੀ ਜਿਹੜੀਆਂ ਇਹ ਅਫਵਾਹਾਂ, ਜਿਹੜਾ ਸਵਾਲ ਆਪਣੇ ਕੰਗ ਸਾਹਿਬ ਨੇ ਕੀਤਾ ਹੈ, ਉਹ ਇਹ ਹੈ ਵੀ ਝੂਠੀਆਂ ਅਫਵਾਹਾਂ ਜਿਹਨੂੰ ਆਪਾਂ ਕਿਹਾ ਜਾਂਦਾ। ਵੈਸੇ ਜਿਹੜੀ ਅਸਲੀਅਤ ਹੈ ਇਹ ਅੱਜ ਨਹੀਂ, ਅਸੀਂ ਬਹੁਤ ਵਾਰੀ ਪਹਿਲਾਂ ਵੀ ਮਤਲਬ ਦੱਸ ਚੁੱਕੇ ਹਾਂ, ਬੜੀ ਵਾਰੀ ਇਹਦਾ ਸਟੇਜਾਂ ਤੇ ਬੋਲਿਆ ਜਾ ਰਿਹਾ ਵੀ ਜਿਹੜੀ ਇਹ ਸਾਡੀ ਸੰਸਥਾ ਹੈ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਸਿੰਘ ਸਭਾ ਪਸਿਆਨੋ, ਜਿੰਨੀ ਪ੍ਰਾਪਰਟੀ ਹੈ ਗੁਰੂ ਘਰ ਦੀ ਉਹ ਸਾਰੀ ਉਹਦੇ ਨਾਂ ਤੇ ਹੈ, ਸੰਸਥਾ ਦੇ ਨਾਂ ਤੇ ਹੈ। ਅਸੀਂ ਉਹਨਾਂ ਦੇ ਸੇਵਾਦਾਰ ਹਾਂ, ਵਿੱਚ ਸਿਰਫ ਕਿ ਸਿਰਫ ਸੇਵਾਦਾਰ। ਬਾਕੀ ਇਹ ਜਿਹੜੀਆਂ ਗਲਤ ਅਫਵਾਹਾਂ ਹਨ ਉਹ ਤਾਂ ਮਤਲਬ ਜਿੱਦਾਂ ਕਹਿ ਲਓ ਵੀ ਇੱਕ ਵਾਰ ਸੋਸ਼ਲ ਮੀਡੀਆ ਤੇ ਕੋਈ ਗੱਲ ਛੱਡ ਦਿਓ ਤੇ ਉਹਨੂੰ ਝੂਠ ਨੂੰ ਜਿੰਨਾ ਮਰਜ਼ੀ ਲੈ ਕੇ ਚੱਲ ਜਾਓ, ਉਹ ਗੱਲ ਹੈ। ਬਾਕੀ ਮੈਂ ਇੱਕ ਹੋਰ ਇਹ 'ਚ ਬੇਨਤੀ ਕਰਦਾ, ਸਾਨੂੰ ਕੋਈ ਆ ਕੇ ਬੰਦਾ ਦੱਸੇ ਵੀ ਜੇ ਇੱਕ ਧਾਰਮਿਕ ਸੰਸਥਾ ਬਣੀ ਹੋਈ ਹੈ ਜੇ ਉਹਦੇ ਨਾਂ ਤੇ ਪ੍ਰਾਪਰਟੀ ਹੈ ਤਾਂ ਉਹ ਕਿੱਦਾਂ ਅੱਗੇ ਬੰਦਿਆਂ 'ਚ ਡਿਵਾਈਡ ਹੁੰਦੀ ਹੈ। ਤੁਸੀਂ ਚਾਨਣਾ ਪਾਓਗਾ ਅਜੀਤ ਵੈਬ ਟੀਵੀ ਮਿਆਦੀ ਰਹਿਮ ਤੇ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਵਿਧਾਨ ਹੈ ਕਿ ਕਿਵੇਂ ਕਿਹੜੇ ਬੰਦਿਆਂ ਦੇ ਨਾਮ ਤੇ ਪ੍ਰਾਪਰਟੀ ਹੈ, ਮਤਲਬ ਕਿਵੇਂ? ਪ੍ਰਾਪਰਟੀ ਕਿਸੇ ਬੰਦੇ ਦੇ ਨਾਂ ਤੇ ਨਹੀਂ ਹੈਗੀ। ਠੀਕ ਹੈ ਜੀ। ਪ੍ਰਾਪਰਟੀ ਸਿਰਫ ਕਿ ਸਿਰਫ ਸੰਸਥਾ ਦੇ ਨਾਂ ਤੇ ਆ। ਅਸੀਂ ਇਹਦੇ 5 ਮੈਂਬਰ ਹਾਂ, 5 ਮੈਂਬਰੀ ਕਮੇਟੀ ਬਣੀ ਹੋਈ ਆ। ਔਰ ਇਹਦੇ 'ਚ ਮੈਂ ਇੱਕ ਹੋਰ ਗੱਲ ਐਡ ਕਰਾਂ, ਬਹੁਤਿਆਂ ਨੂੰ ਮਤਲਬ ਇਹ ਚੀਜ਼ਾਂ ਦਾ ਜਿਹੜੀ ਕਾਗਜ਼ੀ ਕਾਰਵਾਈ ਹੈ, ਬਹੁਤੀ ਸੰਗਤ ਨੂੰ ਉਹਦੇ 'ਚ ਮੈਂ ਤਾਂ ਕਹੂੰਗਾ ਬਹੁਤਿਆਂ ਨੂੰ ਪਤਾ ਹੋਏਗਾ, ਹੋਣਾ ਚਾਹੀਦਾ। ਪਰ ਜੇ ਕਿਸੇ ਨੂੰ ਨਹੀਂ ਪਤਾ, ਮੈਂ ਜਾਣਕਾਰੀ ਲਈ ਦੱਸ ਦਿਆਂ ਵੀ ਜਿਸ ਦਿਨ ਇਹ ਸਥਾਨ ਬਣਿਆ, ਮਤਲਬ 2002 ਦੀ ਪੁਰਾਣੀ ਗੱਲ ਮੈਂ ਕਰਦਾ, ਉਦੋਂ ਤਾਂ ਸਾਡੀ ਸੰਗਤ ਬਹੁਤ ਥੋੜੀ ਸੀਗੀ। ਅੱਜ ਤਾਂ ਬਥੇਰੇ ਗੱਲਾਂ ਕਰਦੇ ਆ। ਉਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਨੇ ਜਦੋਂ ਜਹਿਦਾ ਕੀਤੇ, ਜਿਨ੍ਹਾਂ ਨੇ ਮਤਲਬ ਦਿਨ ਰਾਤ ਇੱਕ ਕਰਕੇ ਸੇਵਾ ਕੀਤੀ, ਉਹਨਾਂ ਨੂੰ ਮੈਂ ਗੱਲ ਕਰਦਾ ਵੀ ਉਹਦੇ ਵਿੱਚ ਉਦੋਂ ਵੀ ਇਹ ਘੱਟੋ ਘੱਟ ਵੀ 99 ਸਾਡੇ ਸੋਚੀ ਸੀਗੇ। ਇੱਕ ਨਹੀਂ ਹੈਗਾ ਵੀ ਇਕੱਲੀ ਇੱਕੋ ਚੀਜ਼ ਹੈ। 99 ਸੋਚੀਆਂ ਦੇ ਵਿੱਚੋਂ ਜਾ ਕੇ ਅੱਗੇ ਫਿਰ ਮਤਲਬ ਇਹ ਸੰਸਥਾ ਬਣੀ। ਸੰਸਥਾ ਦੇ ਵਿੱਚੋਂ ਅੱਗੇ ਫਿਰ ਜਾ ਕੇ ਇਹ ਗੁਰਦੁਆਰਾ ਜਾ ਕੇ ਉਹ ਸੰਸਥਾ ਦੇ ਨਾਂ ਤੇ ਹੋਇਆ। ਫਿਰ ਅੱਗੇ ਉਹਦੀ ਕਮੇਟੀ ਜਿੱਦਾਂ ਚੱਲ ਰਹੀ ਹੈ, ਉਹ ਸਾਰਾ ਜੋ ਸਿਸਟਮ ਇੱਥੇ ਕਾਨੂੰਨ ਦੇ ਦਾਇਰੇ 'ਚ ਹੈ ਉਦਾਂ ਹੀ ਹੋ ਰਿਹਾ, ਨਾ ਕਿ ਇਹਦੇ 'ਚ ਕੋਈ ਗਲਤ ਹੈ। ਪਰ ਜੇ ਕੋਈ ਚੈੱਕ ਕਰਨਾ ਚਾਹੁੰਦੇ, ਲਾ ਚੁੱਕੇ ਅੱਗੇ ਨੋਟਿਸ ਬੋਰਡਾਂ ਤੇ, ਦੁਬਾਰਾ ਕਿਸੇ ਨੂੰ ਚੈੱਕ ਤਾਂ ਕਰ ਸਕਦਾ। ਸੋ ਭਾਈ ਸਾਹਿਬ ਜੀ ਇਹ ਕਹਿਣਾ ਹੈ ਕਿ ਦੇਖੋ, ਜੇਕਰ ਕਿਸੇ ਨੂੰ ਸ਼ੰਕਾ ਹੋਵੇ ਤਾਂ ਸੰਗਤ 'ਚੋਂ ਕੋਈ ਵੀ ਵਿਅਕਤੀ ਜਦੋਂ ਵੀ ਮਰਜ਼ੀ ਆ ਕੇ ਗੁਰਦੁਆਰਾ ਸਾਹਿਬ ਦੇ ਜਿਹੜੇ ਪੇਪਰ ਹੈ ਉਹ ਚੈੱਕ ਕਰ ਸਕਦਾ ਹੈ, ਤਾਂ ਜੋ ਜਿਹੜੀ ਗੁਰਦੁਆਰਾ ਸਾਹਿਬ ਦੀ ਵਸੀਅਤ ਹੈ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਤਕਸੀਮ ਕੀਤੀ ਹੈ, ਕਿਹਦੇ ਨਾਮ ਹੈ। ਸੋ ਇਸ ਸਾਡੇ ਦੌਰਾਨ ਇਟੀ ਦੇ ਪ੍ਰਸਿੱਧ ਸਿੱਖ ਪ੍ਰਚਾਰਕ ਜਿਹੜੇ ਕਿ ਭਾਈ ਬਲਜਿੰਦਰ ਸਿੰਘ ਜੀ, ਉਹ ਵੀ ਇਸ ਮਸਲੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੁੜੇ ਹੋਏ ਸਨ, ਕਿਉਂਕਿ ਵੀਡੀਓ ਵਿੱਚ ਉਹਨਾਂ ਨੂੰ ਵੀ ਦਿਖਾਈ ਦਿੱਤਾ ਗਿਆ ਹੈ। ਤਾਂ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਭਾਈ ਸਾਹਿਬ ਜੀ, ਇਹ ਕੀ ਮਸਲਾ ਸੀ ਤੇ ਤੁਹਾਡੇ ਧਿਆਨ ਵਿੱਚ ਕਿਵੇਂ ਆਇਆ ਤੇ ਤੁਸੀਂ ਕੀ ਕਾਰਵਾਈ ਕੀਤੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮਸਲਾ ਗ੍ਰੰਥੀ ਸਿੰਘ ਗੁਰੂ ਕੇ ਵਜ਼ੀਰ, ਗੁਰਮੁਖ ਪਿਆਰੇ ਗੁਰੂ ਕੇ ਸਿੱਖ, ਉਹਨਾਂ ਨੂੰ ਮੈਂ ਲੰਬੇ ਸਮੇਂ ਤੋਂ ਜਾਣਦਾ। ਉਹਨਾਂ ਦਾ ਰਾਬਤਾ ਮੇਰੇ ਨਾਲ ਹੋਣ ਤੋਂ ਹੀ ਇਸ ਗੁਰਦੁਆਰਾ ਸਾਹਿਬ ਵਿਖੇ ਸੇਵਾ ਨਿਯੁਕਤ ਹੋਏ, ਤਾਂ ਉਹਨਾਂ ਨਾਲ ਪ੍ਰੇਮ ਹੋਣ ਕਰਕੇ ਸਾਰਾ ਇਹ ਮੇਰੇ ਧਿਆਨ ਵਿੱਚ ਸੀ। ਜੋ ਭਾਈ ਕੁਲਵਿੰਦਰ ਸਿੰਘ ਜੀ ਨੇ ਦੱਸਿਆ ਕਿ ਇਹ ਮਸਲਾ ਬਣਿਆ ਕਿਉਂ, ਅਸਲ ਵਿੱਚ ਸਭ ਲੋਕਾਂ ਨੂੰ, ਗੁਰੂ ਕੇ ਸਿੱਖਾਂ ਨੂੰ, ਸੰਗਤ ਨੂੰ, ਸੰਗਤ ਬਹੁਤ ਸਤਿਕਾਰਯੋਗ ਹੁੰਦੀ, ਪਰ ਫਿਰ ਵੀ ਸੰਗਤ ਦੇ ਧਿਆਨ ਵਿੱਚ ਇਹ ਗੱਲ ਜ਼ਰੂਰ ਹੋਣੀ ਚਾਹੀਦੀ ਕਿ ਜਦੋਂ ਕੋਈ ਗ੍ਰੰਥੀ ਸਿੰਘ ਨਿਯੁਕਤ ਕੀਤਾ ਜਾਂਦਾ, ਉਸ ਨੂੰ ਪ੍ਰਬੰਧਕ ਕਮੇਟੀ ਲੱਭ ਕਰਕੇ ਭਾਲ ਕੇ ਗੁਰੂ ਕੇ ਚੰਗੇ ਸਿੱਖਾਂ ਨੂੰ ਨਿਯੁਕਤ ਕਰਦੀ ਆ। ਫਿਰ ਉਹ ਜੇ ਨਿਯੁਕਤ ਕਰਕੇ ਉਹਨਾਂ ਦੀ ਸੇਵਾ ਸੰਭਾਲ, ਜੋ ਮਹਾਰਾਜ ਜੀ ਦਾ ਸਤਿਕਾਰ, ਉਹ ਪ੍ਰਬੰਧਕ ਕਮੇਟੀ ਨੇ ਵੇਖਣਾ ਹੁੰਦਾ। ਬਹੁਤ ਥਾਵਾਂ 'ਤੇ ਮੈਂ ਵੇਖਦਾ, ਕਿਉਂਕਿ ਹਰ ਆਏ ਦਿਨ ਨਵੇਂ ਥਾਂ ਵਿਚਰਦੇ ਜਾਂਦੇ ਆ, ਵੀ ਪ੍ਰਬੰਧਕ ਕਮੇਟੀ ਦੇ ਧਿਆਨ ਵਿੱਚ ਇਹ ਗੱਲ ਨਹੀਂ ਹੁੰਦੀ ਵੀ ਦੇਗ ਬਣਦੀ ਕਿ ਨਹੀਂ ਬਣਦੀ, ਮਹਾਰਾਜ ਜੀ ਨੂੰ ਭੋਗ ਲੱਗਦਾ ਕਿ ਨਹੀਂ ਲੱਗਦਾ, ਪ੍ਰਕਾਸ਼ ਸਮੇਂ ਸਿਰ ਹੁੰਦਾ ਜਾਂ ਨਹੀਂ ਹੁੰਦਾ। ਅਸੀਂ ਇਸ ਟੌਪਿਕ ਤੇ ਪੁੱਛ ਰਹੇ ਹਾਂ ਵੀ ਮਤਲਬ ਕਿੱਥੇ ਉਣਤਾਈ ਹੋ ਗਈ ਗ੍ਰੰਥੀ ਸਿੰਘ ਤੋਂ ਕਿ ਇਹ ਮਸਲਾ ਖੜਾ ਹੋ ਗਿਆ, ਤੇ ਤੁਸੀਂ ਇਸ ਨੂੰ ਸੁਲਝਾਉਣ ਦੇ ਲਈ ਕੀ ਭੂਮਿਕਾ ਕੀਤੀ? ਇਹ ਜੋ ਮੁਣਤਾਈਆਂ ਹੋਈਆਂ ਉਹ ਬਹੁਤ ਸਾਰੀਆਂ ਦੱਸੀਆਂ ਜਾ ਸਕਦੀਆਂ, ਕਿਉਂਕਿ ਲੰਬਾ ਸਮਾਂ ਐਡੀ ਗੱਲ ਨਹੀਂ ਹੋ ਸਕਦੀ, ਬੈਠ ਕੇ ਗੱਲ ਹੋ ਸਕਦੀ। ਊਣਤਾਈ ਕੋਈ ਨਾ ਕੋਈ ਆਉਂਦੀ ਆ ਤਾਂ ਉਹ ਊਣਤਾਈ ਅੱਗੇ ਪ੍ਰਗਟ ਹੁੰਦੀ, ਫਿਰ ਜਦੋਂ ਪ੍ਰਗਟ ਹੁੰਦੀ ਆ ਤੇ ਉਹਦਾ ਮਸਲਾ ਬਣਦਾ। ਇੱਕ ਗੱਲ ਏ, ਇਸ ਮਸਲੇ ਨੂੰ ਹੱਲ ਕਰਨ ਵਾਸਤੇ ਜਦੋਂ ਇਹਨਾਂ ਸਾਰੇ ਗੁਰੂ ਕੇ ਸਿੱਖਾਂ ਨੇ ਆਖਿਆ ਤੁਸੀਂ ਆਓ ਇੱਥੇ, ਅਸੀਂ ਉਸ ਦਿਨ ਬਿਜੀ ਸੀ, ਉਸ ਤੋਂ ਪਹਿਲੇ ਦਿਨ ਅੰਮ੍ਰਿਤ ਸੰਚਾਰ ਸੀ, ਤਾਂ ਬਹੁਤ ਦੂਰ ਰੇਸੋ ਵੱਲ, ਤੇ ਉੱਥੋਂ ਆ ਕਰਕੇ ਅਸੀਂ ਉੱਥੇ ਪਹੁੰਚੇ। ਜਦੋਂ ਉੱਥੇ ਮਸਲਾ ਬਣਿਆ ਹੋਇਆ ਸੀ, ਸੰਗਤ ਬਹੁਤ ਇਕੱਠੀ ਹੋਈ ਸੀ, ਤਾਂ ਸਾਰੇ ਗੁਰੂ ਕੇ ਸਿੱਖਾਂ ਨੂੰ ਮੈਂ ਥੱਲਿਓਂ ਹੀ ਬੇਨਤੀ ਕੀਤੀ ਲੰਗਰ ਹਾਲ ਵਿੱਚੋਂ ਕਿ ਆਪਾਂ 5-7 ਗੁਰੂ ਕੇ ਸਿੱਖ ਬੈਠ ਕੇ ਇਸ ਮਸਲੇ ਨੂੰ ਹੱਲ ਕਰ ਸਕਦੇ। ਪਰ ਉੱਥੇ ਜਦੋਂ ਪਹੁੰਚੇ, ਅਸੀਂ ਜਾ ਕੇ ਬੈਠੇ, ਮੈਂ ਉਹਨਾਂ ਨੂੰ ਜਾ ਕੇ ਜਾਂਦਿਆਂ ਸਾਰ ਮੱਥਾ ਟੇਕ ਕੇ ਬੈਠ ਕੇ ਬੇਨਤੀ ਕੀਤੀ ਕਿ ਇਹ ਗੁਰੂ ਕੇ ਸਿੱਖ ਗ੍ਰੰਥੀ ਸਿੰਘ ਤੇ ਕੁਝ ਗੁਰੂ ਕੇ ਸਿੱਖ ਸਾਡੇ ਨਾਲ ਬੈਠ ਕੇ ਗੱਲ ਕਰ ਲੈਣ, ਇਹ ਮਸਲੇ ਦਾ ਹੱਲ ਹੋ ਸਕਦਾ। ਪਰ ਜਿਹੜੇ ਉੱਥੇ ਸਾਰੇ ਜੁੜੀ ਹੋਈ ਸੰਗਤ ਸੀ, ਉਹਦੇ ਵਿੱਚੋਂ ਬਹੁਤੀ ਆਵਾਜ਼ ਇਹ ਹੀ ਬਾਰ-ਬਾਰ ਆਈ, ਨਹੀਂ ਜੀ ਇੱਥੇ ਬੈਠ ਕੇ ਫੈਸਲਾ ਕਰੋ, ਹੁਣੇ ਫੈਸਲਾ ਦੇ ਕੇ ਜਾਓ। ਇਸ ਪ੍ਰਕਾਰ ਫੈਸਲੇ ਨਹੀਂ ਹੋ ਸਕਦੇ ਕਿ ਹੁਣੇ ਹੀ ਅਸੀਂ ਫੈਸਲਾ ਕੋਈ ਕਰ ਦਈਏ, ਕਿਉਂਕਿ ਸਾਡੇ ਕੋਲ ਅਥਾਰਟੀ ਇੰਨੀ ਤਾਂ ਹੈ ਕਿ ਅਸੀਂ ਅੰਮ੍ਰਿਤ ਸੰਚਾਰ 'ਚ ਲੱਗਦੇ, ਪੰਜਾਂ ਪਿਆਰਿਆਂ 'ਚ ਲੱਗਦੇ, ਪ੍ਰਚਾਰ ਕਰਦੇ, ਪਰ ਇਹ ਨਹੀਂ ਕਰ ਸਕਦੇ ਵੀ ਕਿਸੇ ਸਰੀਰ ਨੂੰ ਫੜ ਕੇ ਬਾਹੋਂ ਬਾਹਰ ਕੱਢ ਦਈਏ। ਮਤਲਬ ਰੌਲਾ ਰੱਪਾ ਮਤਲਬ ਜਦੋਂ ਤੱਕ ਪ੍ਰਬੰਧਕ ਕਮੇਟੀ, ਗ੍ਰੰਥੀ ਸਿੰਘ ਤੇ ਸੰਗਤ ਦਾ ਤਾਲਮੇਲ ਨਹੀਂ, ਜਿਸ ਚੀਜ਼ ਨਾਲ ਝਗੜਾ ਹੋ ਸਕਦਾ, ਇੱਕ ਪਾਸੇ ਸੰਗਤ ਪ੍ਰੈਸ਼ਰ ਪਾ ਕੇ ਆਖੇ ਤੁਸੀਂ ਆਹ ਹੀ ਫੈਸਲਾ ਕਰਕੇ ਜਾਓ ਕਿ ਅਸੀਂ ਗ੍ਰੰਥੀ ਸਿੰਘ ਨੂੰ ਬਾਹਰ ਜਾਣ ਨਹੀਂ ਦੇਣਾ, ਪ੍ਰਬੰਧਕ ਕਮੇਟੀ ਆਖੇ
ਵੀ ਅਸੀਂ ਜਿਹੜਾ ਇਹ ਮਸਲਾ ਆ ਵਿਗੜ ਗਿਆ ਹੋਇਆ ਅਸੀਂ ਰੱਖ ਨਹੀਂ ਸਕਦੇ, ਤਾਂ ਜਿਹੜੇ ਗੁਰੂ ਕੇ ਸਿੱਖ ਮੇਰੇ ਵਰਗੇ, ਮੈਂ ਕੋਈ ਇਹਦੀ ਅਥਾਰਟੀ ਥੋੜ੍ਹੀ ਆ ਵੀ ਜਿਹਨੂੰ ਮਰਜ਼ੀ ਬਾਹਰ ਕੱਢ ਦੂੰਗਾ, ਜਿਹਨੂੰ ਮਰਜ਼ੀ ਫੜ ਦੂੰਗਾ। ਸੋ ਇਸ ਪ੍ਰਕਾਰ ਮੈਂ ਯਤਨ ਕੀਤਾ ਸੀ ਕਿ ਬੈਠ ਕਰਕੇ 5-7 ਗੁਰੂ ਕੇ ਸਿੱਖ ਬੈਠਣ, ਬੈਠ ਕਰਕੇ ਇਸ ਮਸਲੇ ਨੂੰ ਹੱਲ ਕਰ ਲਿਆ ਜਾਵੇ। ਪਰ ਉਹਨਾਂ ਨੇ ਇਸ ਗੱਲ ਤੋਂ ਸਾਨੂੰ ਇੱਥੇ ਆਉਣ ਨਹੀਂ ਦਿੱਤਾ, ਨਾ ਹੀ ਗੁਰੂ ਕੀ ਸੰਗਤ ਭਾਵ ਕਿ ਉਹ ਬੋਲੀ ਇਸ ਮਸਲੇ ਤੇ ਸਹਿਮਤੀ ਪ੍ਰਗਟਾਈ। ਉਹਨਾਂ ਨੇ ਆਖਿਆ ਨਹੀਂ ਜਿੱਦਾਂ ਅਸੀਂ ਆਖਦੇ ਇੱਦਾਂ ਕਰੋ। ਸੋ ਵੀਡੀਓ ਵੀ ਹੈਗੀ ਆ, ਤੁਸੀਂ ਦੇਖ ਸਕਦੇ। ਮੈਂ ਫਿਰ ਦੁਬਾਰਾ ਤੋਂ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀਆਂ ਗੁਰੂ ਕੀ ਸੰਗਤਾਂ ਸਭ ਥਾਵਾਂ ਤੇ ਜਿਹੜੇ ਸੋਸ਼ਲ ਮੀਡੀਆ ਬਹੁਤ ਚੰਗੇ ਕੰਮ ਲਈ ਵਰਤਿਆ ਜਾ ਸਕਦਾ, ਪਰ ਆ ਸੋਸ਼ਲ ਮੀਡੀਆ ਤੇ ਜੋ ਮੈਂ ਵੇਖ ਰਿਹਾ, ਜੋ ਬੋਲਿਆ ਜਾ ਰਿਹਾ, ਕਿਹਾ ਜਾ ਰਿਹਾ, ਇਤਿਆਦਿਕ ਬਹੁਤ ਜ਼ਿਆਦਾ ਝੂਠਾ ਤੇ ਕੂੜ ਪ੍ਰਚਾਰ ਕੀਤਾ ਜਾ ਰਿਹਾ। ਗੁਰੂ ਕੇ ਸਿੱਖਾਂ ਨੂੰ, ਪੰਜਾਂ ਪਿਆਰਿਆਂ ਨੂੰ ਵੱਧ ਘੱਟ ਬੋਲਿਆ ਜਾ ਰਿਹਾ। ਇਹ ਜਿਹੜੇ ਸਰੀਰ ਬੋਲਣ ਵਾਲੇ ਉਹ ਥੋੜ੍ਹਾ ਖਿਆਲ ਕਰਕੇ ਤਾਂ ਦੇਖਣ ਕਿ ਇੰਨੇ ਲੰਬੇ ਸਮੇਂ ਤੋਂ ਜਿਹੜੇ ਗੁਰੂ ਕੇ ਸਿੱਖ ਸੇਵਾ ਕਰਦੇ ਆ। ਮੈਂ ਆਪਦੇ ਵੱਲ ਕੋਈ ਗੱਲ ਨਹੀਂ ਕਰਦਾ, ਮੈਨੂੰ ਕੋਈ ਵੀ ਮਾੜਾ ਆਖ ਸਕਦਾ, ਜਿੰਨਾ ਮਰਜ਼ੀ ਵੀ ਆ ਸਕਦਾ, ਕੋਈ ਗੱਲ ਨਹੀਂ, ਇਸ ਗੱਲ ਨਾਲ ਕੋਈ ਫਰਕ ਨਹੀਂ। ਕਿਉਂ ਨਹੀਂ ਫਰਕ? ਕਿਉਂਕਿ ਇੱਥੇ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਇਸ ਘਰ ਦੀ ਮਰਿਆਦਾ ਮਹਾਰਾਜ, ਕੋਈ ਵੀ ਕੁਝ ਕਹਿ ਸਕਦਾ। ਪਰ ਜਿਹੜਾ ਸੋਸ਼ਲ ਮੀਡੀਆ ਤੇ ਜਿਹੜੇ ਟੀਵੀ ਜਾਂ ਚੈਨਲ ਆ, ਉਹ ਸਾਰੇ ਇੱਕ ਗੱਲ ਦਾ ਜ਼ਰੂਰ ਖਿਆਲ ਕਰਨ ਕਿ ਇੱਕ ਪਾਸੇ ਦਾ ਮੁੱਦਾ ਵਿਚਾਰ ਕਰਕੇ ਉਹਨੂੰ ਉਛਾਲਣ ਨਾ, ਦੂਸਰੇ ਪਾਸੇ ਇੱਥੇ ਸਾਰੇ ਬਸਦੇ ਗੁਰੂ ਕੇ ਸਿੱਖਾਂ ਨਾਲ ਰਾਬਤਾ ਕਾਇਮ ਕਰ ਲੈਣ, ਰਾਬਤਾ ਕਾਇਮ ਕਰਕੇ ਉਹਨਾਂ ਤੋਂ ਗੱਲ ਜਾਣ ਲੈਣ। ਗੱਲ ਕੀ ਇਤਿਆਦਿਕ ਇਸ ਪ੍ਰਕਾਰ ਦਾ ਭੰਡੀ ਪ੍ਰਚਾਰ, ਇਉਂ ਦਾ ਕਹਿਣਾ ਕਿ ਇਹ ਅਸੀਂ ਯੂਰਪ 'ਚ ਨਹੀਂ ਜਾਣ ਦੇਵਾਂਗੇ ਜੀ, ਅਸੀਂ ਇਹਨਾਂ ਦਾ ਬੰਦ ਕਰਾਂਗੇ ਸਾਰਾ ਕੁਝ, ਇਸ ਪ੍ਰਕਾਰ ਦੀ ਕੋਈ ਗੱਲ ਜੇ ਕਿਸੇ ਨੇ ਕਰਨੀ ਚਾਹੁੰਦਾ ਤਾਂ ਉਹਨੂੰ ਧਿਆਨ ਰੱਖਣਾ ਚਾਹੀਦਾ ਕਿ ਗੁਰੂ ਕੀ ਸਿੱਖੀ ਦਾ ਪ੍ਰਚਾਰ ਮਹਾਰਾਜ ਜੀ ਕਿਰਪਾ ਕਰਕੇ ਲੈ ਰਹੇ, ਉਹ ਲੈਂਦੇ ਰਹਿਣਗੇ, ਪਰ ਇਹ ਇਉਂ ਦੀਆਂ ਗੱਲਾਂ ਅਫਵਾਹਾਂ ਨਾ ਫੈਲਾਈਆਂ ਜਾਣ। ਇਹ ਮੇਰੀ ਬੇਨਤੀ। ਇੰਨਾ ਕੁਝ ਕਹਿੰਦਾ ਹੋਇਆ ਖਿਮਾ ਦਾ ਜਾਚਕ ਸਾਹਿਬ ਮੀਡੀਆ ਦਾ, ਭਾਵ ਕਿ ਅਜੀਤ ਵੈਬ ਦਾ ਤੇ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਿੱਖ ਯੂਨੀਅਨ ਇਟਲੀ ਦੇ ਤੁਸੀਂ ਪ੍ਰਧਾਨ ਹੋਣ ਨਾਤੇ ਇੱਕ ਵਾਰੀ ਮਤਲਬ ਦੱਸੋ ਕਿ ਇਹ ਮਸਲੇ ਨੂੰ ਤੁਸੀਂ ਸੁਲਝਾਉਣ ਦੇ ਲਈ ਭਵਿੱਖ ਵਿੱਚ ਕੀ ਕਰੋਗੇ? ਨਹੀਂ ਦੇਖੋ ਜੀ, ਅਸੀਂ ਯੂਨੀਅਨ ਸਿੱਖ ਇਟਲੀ ਵੱਲੋਂ ਇਸ ਜਿਹੜਾ ਸਾਡਾ ਹੀ ਤਾਂ ਸਾਡੇ ਸਥਾਨ ਦੀ ਗੱਲ ਹੀ ਹੈ। ਅਸੀਂ ਹਰ ਇੱਕ ਕੋਸ਼ਿਸ਼ ਕਰ ਰਹੇ ਹਾਂ ਵੀ ਇਸ ਮਸਲੇ ਨੂੰ ਸ਼ਾਂਤ ਕਰਕੇ ਅੱਗੋਂ ਮਤਲਬ ਕੋਈ ਹੋਰ ਆਪਾਂ ਗੁਰਸਿੱਖ ਜਿੱਦਾਂ ਭਾਈ ਸਾਹਿਬ ਨੇ ਗੱਲ ਕੀਤੀ ਹੈ ਪਹਿਲਾਂ ਵੀ ਨਵਾਂ ਜੇ ਕੋਈ ਆਪਣਾ ਸਿੰਘ ਲਿਆ ਕੇ ਲੱਭ ਕੇ ਮਤਲਬ ਡਿਊਟੀ ਤੇ ਰੱਖਣਾ ਹੋਏ ਨਾ, ਕੋਈ ਇੰਨਾ ਸੌਖਾ ਕੰਮ ਨਹੀਂ ਹੈਗਾ। ਅੱਜ ਦੇ ਸਮੇਂ 'ਚ ਬਹੁਤ ਮਤਲਬ ਕੋਈ ਚੜ੍ਹਦੀ ਕਲਾ ਸਿੰਘ ਲਿਆ ਕੇ ਰੱਖਣਾ ਮਤਲਬ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਹਦੇ ਲਈ ਪੂਰਾ ਸਾਡੇ ਵੱਲੋਂ ਪੂਰਾ ਇਹ ਮਤਲਬ ਕੋਸ਼ਿਸ਼ ਹੈ ਵੀ ਆਪਾਂ ਇਹ ਮਸਲੇ ਨੂੰ ਬੜਾ ਸ਼ਾਂਤੀਪੂਰਵਕ, ਸੰਗਤ ਨੂੰ ਵੀ ਅਪੀਲ ਹੈ ਵੀ ਸਾਰੀ ਸੰਗਤ ਸ਼ਾਂਤ ਰਹੇ। ਉੱਥੇ ਕੋਈ ਵੀ ਜਿੱਦਾਂ ਹੁਣ ਵੀ ਅੱਜ ਅਸੀਂ ਆਏ ਹਾਂ, ਸਾਨੂੰ ਕਈ ਅਫਵਾਹਾਂ ਮਿਲ ਰਹੀਆਂ ਵੀ ਜਿਵੇਂ ਕਿ ਹਾਂ ਸਾਨੂੰ ਵੀ ਪਤਾ ਲੱਗਿਆ ਸੀ ਵੀ ਪੁਲਿਸ ਆਈ ਹੈ, ਕਿ ਪੁਲਿਸ ਗੁਰੂ ਘਰ ਦੇ ਅੰਦਰ ਤਾਂ ਨਹੀਂ ਐਂਟਰ ਹੋਈ? ਨਹੀਂ ਦੇਖੋ ਜੀ, ਪੁਲਿਸ ਉੱਪਰ ਮਹਾਰਾਜ ਦੀ ਹਜ਼ੂਰੀ 'ਚ ਕਿਤੇ ਨਹੀਂ ਗਈ ਹੈਗੀ, ਥੱਲੇ ਉਹ ਆਈ ਹੈ ਜ਼ਿਆਦਾਤਰ ਥੱਲੇ। ਜਦੋਂ ਪਹਿਲੀ ਵਾਰੀ ਆਈ ਹੈ ਉਦੋਂ ਅੰਦਰ ਉਹ ਜਿੱਥੇ ਲੰਗਰ ਹਾਲ ਦੇ ਅੰਦਰ ਪੌੜੀਆਂ ਤੱਕ ਉੱਥੇ ਤੱਕ ਐਂਟਰ ਹੋਈ ਹੈ, ਉਦੋਂ ਬਾਅਦ ਚੋਂ ਬਾਹਰ ਰਹੀ ਹੈ। ਬਾਅਦ 'ਚ ਜੋ ਦੂਜੀ ਵਾਰੀ ਆਈ ਹੈ ਪੁਲਿਸ, ਜਦੋਂ ਫਿਰ ਮਤਲਬ ਨਹੀਂ ਸੀ ਲੰਮਾ ਸਮਾਂ ਹੋ ਗਿਆ ਤਾਂ ਪੁਲਿਸ ਦੁਬਾਰਾ ਆਈ ਹੈ, ਤਾਂ ਫਿਰ ਉਹ ਬਾਹਰ ਹੀ ਖੜ ਕੇ ਸਾਡੇ ਪ੍ਰਬੰਧਕਾਂ ਨਾਲ ਗੱਲ ਕਰਕੇ ਉੱਥੋਂ ਹੀ ਚਲੀ ਗਈ ਹੈ। ਜਦ ਕਿ ਪੁਲਿਸ ਕਹਿੰਦੀ ਸੀ, ਕਿਉਂਕਿ ਉਹਨਾਂ ਨੂੰ ਕਈਆਂ ਨੂੰ ਸਾਡੇ ਧਰਮ ਦਾ ਪਤਾ, ਉਹ ਤਾਂ ਉਹਨਾਂ ਨੂੰ ਤਾਂ ਅੱਗੇ ਨਹੀਂ ਗੱਲ ਜਾਂਦੇ। ਜਿਹਨੂੰ ਨਹੀਂ ਪਤਾ ਉਹ ਕਹਿੰਦਾ ਵੀ ਨਹੀਂ ਅਸੀਂ ਉੱਪਰ ਜਾਂਦੇ ਹਾਂ ਜੀ, ਅਸੀਂ ਜਾ ਕੇ ਝਗੜਾ ਕਰਦੇ ਹਾਂ, ਉਹ ਕਰਦੇ ਹਾਂ ਉਹ, ਪਰ ਅਸੀਂ ਉਹਨਾਂ ਨੂੰ ਕਿਹਾ ਵੀ ਨਹੀਂ ਉੱਪਰ ਨਹੀਂ ਤੁਸੀਂ ਜਾ ਸਕਦੇ। ਅਸੀਂ ਆਪ ਇਹ ਚੀਜ਼ ਗੱਲ ਕਹੀ ਹੈ ਵੀ ਉੱਪਰ ਮਹਾਰਾਜ ਦੀ ਹਜ਼ੂਰੀ 'ਚ ਤੁਸੀਂ ਨਹੀਂ ਜਾ ਸਕਦੇ ਹੈਗੇ। ਪਰ ਉਹਨਾਂ ਨੇ ਥੋੜਾ ਟਾਈਮ ਉੱਤੇ 15-20 ਮਿੰਟ ਜਾਂ 10 ਮਿੰਟ 20 ਮਿੰਟ ਜਿੰਨੇ ਕੁ ਲੱਗਦੇ ਲਾਏ, ਉਦੋਂ ਬਾਅਦ ਚੋਂ ਚਲੇ ਗਏ ਘਰ ਨੂੰ, ਆਪਣੇ ਗੱਲ ਖਤਮ ਹੋ ਗਈ। ਬਾਅਦ 'ਚ ਉਹ ਆਪਣਾ ਜਿੱਦਾਂ ਬਹੁਤ, ਪਰ ਉਦੋਂ ਬਹੁਤ ਇੱਕ ਦੁੱਖ ਦੀ ਗੱਲ ਹੈ ਵੀ 10:30 9 11:30 ਵਜੇ ਤੱਕ ਸੰਗਤ ਬੈਠੀ ਰਹਿਣੀ, ਮਤਲਬ ਏਡੀ ਕੋਈ ਮਤਲਬ ਸਾਡੇ ਲਈ ਉਹ ਗੱਲ ਠੀਕ ਹੈ। ਸੰਗਤ ਬਹਿ ਕੇ ਜਾਪ ਕਰ ਸਕਦੇ, ਅਸੀਂ ਇਹ ਨਹੀਂ ਕਹਿੰਦੇ ਨਹੀਂ ਕਰ ਸਕਦੀ ਹੈਗੀ। ਸੋ ਸਿੱਖ ਸੰਗਤਾਂ ਨੂੰ ਪਤਾ ਹੀ ਲੱਗ ਗਿਆ ਹੋਗਾ ਕਿ ਸੋਸ਼ਲ ਮੀਡੀਆ ਤੇ ਜੋ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਸੀ ਉਹ ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਸਿੰਘ ਸਭਾ ਪੌਰਦੀਨੋ ਨੇ ਜਿਹੜੇ ਕਿ ਵੈਨਿਸ ਦੇ ਨੇੜੇ ਆ, ਉਸ ਸੰਬੰਧੀ ਸੀ। ਸੋ ਅੱਜ ਅਸੀਂ ਵਿਚਾਰ ਚਰਚਾ ਕੀਤੀ ਹੈ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ, ਜ਼ਿੰਮੇਵਾਰ ਅਹੁਦੇਦਾਰਾਂ ਨਾਲ, ਕਿ ਮਸਲੇ ਨੂੰ ਸੁਲਝਾਉਣ ਦੇ ਲਈ, ਕਿਉਂਕਿ ਇਹ ਵੀ ਦਿਖਾਈ ਦੇ ਰਿਹਾ ਕਿ ਸੰਗਤ ਜੇਕਰ ਚਾਹਵੇ ਤਾਂ ਇਹ ਰਲ ਮਿਲ ਕੇ ਮਸਲਾ ਹੱਲ ਵੀ ਕੀਤਾ ਜਾ ਸਕਦਾ ਹੈ। ਸੋ ਸਾਡੀ ਵੀ ਅਜੀਤ ਵੈਬ ਟੀਵੀ ਦੇ ਮਾਧਿਅਮ ਨਾਲ ਸਮੁੱਚੀਆਂ ਸੰਗਤਾਂ ਨੂੰ, ਸਿੱਖ ਕੌਮ ਦੇ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਅਪੀਲ ਹੈ ਕਿ ਰਲ ਮਿਲ ਕੇ ਇਸ ਮਸਲੇ ਨੂੰ ਹੱਲ ਕੀਤਾ ਜਾਵੇ, ਤਾਂ ਜੋ ਸਿੱਖ ਸੰਗਤਾਂ ਨੂੰ ਇੱਕ ਵਧੀਆ ਸੰਦੇਸ਼ ਪੂਰੇ ਵਿਸ਼ਵ ਵਿੱਚ ਜਾ ਸਕੇ। ਸੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ, ਤੇ ਇਸ ਦੇ ਲਈ ਅਸੀਂ ਅਜੀਤ ਵੈਬ ਟੀਵੀ ਤੋਂ ਹਰਦੀਪ ਸਿੰਘ ਕੰਗ ਦੀ ਵਿਸ਼ੇਸ਼ ਰਿਪੋਰਟ।